ਅੱਜ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੂੰ ਇੱਕ ਡੈਪੂਟੇਸ਼ਨ ਮਿਲਿਆ। ਸਾਡੇ ਪਾਰਲੀਮੈਂਟ ਦੇ ਮੈਂਬਰ ਨਾਲ ਸੀ, ਮੈਂ ਤੇ ਭੁੰਦਰ ਸਾਹਿਬ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀਕੇ ਤੇ ਡਾਕਟਰ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ। ਔਰ ਉਹਦੇ 'ਚ ਅਸੀਂ ਜਿਹੜੇ ਖਾਸ ਤੌਰ 'ਤੇ ਸਿੱਖਾਂ ਦੇ ਮਸਲੇ ਨੇ ਦੇਸ਼ ਦੇ ਅੰਦਰ ਉਹਨਾਂ 'ਤੇ ਲੈ ਕੇ ਗਏ ਸੀ। ਗੁਰਦੁਆਰਾ ਗਿਆਨ ਗੋਦਰੀ ਸਾਹਿਬ ਦੀ ਉਸਾਰੀ ਜਿਹੜੀ ਹਰਕੀ ਪੌੜੀ ਕਰਾਉਣ ਦੀ ਮੰਗ ਸਿੱਖ ਸੰਸਥਾਵਾਂ ਵਿੱਚ ਬੜੇ ਜ਼ੋਰ ਨਾਲ ਚੱਲੀ ਹੋਈ ਆ, ਉਹਦੀ ਚਰਚਾ ਹੋਈ ਆ। ਔਰ ਅਸੀਂ ਬੜੇ ਜ਼ੋਰ ਨਾਲ ਕਿਹਾ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਉਸਾਰੀ ਆ, ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਉਹ ਜਲਦੀ ਕਰਾਈ ਜਾਵੇ ਉੱਥੇ। ਇਹ ਸਾਰੀ ਸਿੱਖ ਸੰਗਤ ਦੀ, ਦੁਨੀਆ ਭਰ ਦੇ ਸਿੱਖਾਂ ਦੀ ਇੱਕ ਮੰਗ ਆ, ਬਲਕਿ ਹਰ ਧਾਰਮਿਕ ਵਿਅਕਤੀ ਦੀ ਇਹ ਮੰਗ ਆ। ਦੂਜੀ ਗੱਲ ਜਿਹੜੀ ਸੀ ਪੰਜਾਬੀ ਭਾਸ਼ਾ ਦਾ ਮਸਲਾ, ਪੰਜਾਬੀ ਨੂੰ ਰਾਜਸੀ ਭਾਸ਼ਾ ਦੇ ਤੌਰ 'ਤੇ ਮਾਨਤਾ ਦੇਣੀ ਚੰਡੀਗੜ੍ਹ ਯੂਟੀ ਦੇ ਵਿੱਚ, ਹਿੰਦੁਸਤਾਨ ਦੀਆਂ ਬਾਕੀ ਯੂਟੀ ਦੇ ਵਿੱਚ ਉੱਥੋਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੋਈ ਆ। ਕੇਵਲ ਚੰਡੀਗੜ੍ਹ ਇੱਕ ਐਸੀ ਯੂਟੀ ਹੈ ਜਿੱਥੇ ਇੰਗਲਿਸ਼ ਨੂੰ ਲਿੰਕ ਲੈਂਗੁਏਜ ਹੈ ਇੰਗਲਿਸ਼, ਉਹਨੂੰ ਉੱਥੇ ਰਾਜਸੀ ਭਾਸ਼ਾ ਬਣਾਤਾ। ਜਦੋਂ ਕਿ ਇਹਨਾਂ ਦੇ ਐਚਆਰਡੀ ਮਿਨਿਸਟਰ ਆਪ ਚੰਡੀਗੜ੍ਹ ਕਹੇ ਗਏ ਵੀ ਇਹ ਤਾਂ ਲਿੰਕ ਭਾਸ਼ਾ। ਉੱਥੇ ਐਜੀਟੇਸ਼ਨ ਚੱਲ ਰਹੀ ਆ ਪੰਜਾਬੀ ਬੋਲਣ ਵਾਲੇ ਲੋਕਾਂ ਦੀ, ਜਿਹੜੇ ਪਿੰਡ ਠਾਏ ਸੀ ਉਹ ਐਜੀਟੇਸ਼ਨ ਕਰ ਰਹੇ ਨੇ। ਪਿੱਛੇ ਜੇ ਅਕਾਲੀ ਦਲ ਦਾ ਡੈਪੂਟੇਸ਼ਨ ਮਾਨਯੋਗ ਗਵਰਨਰ ਪੰਜਾਬ ਨੂੰ ਮਿਲਿਆ ਸੀ, ਉਹਨਾਂ ਨੇ ਵੀ ਰਿਕਮੈਂਡੇਸ਼ਨ ਭੇਜੀ ਆ। ਅੱਜ ਗ੍ਰਹਿ ਮੰਤਰੀ ਜੀ ਨੂੰ ਵੀ ਅਸੀਂ ਜ਼ੋਰ ਨਾਲ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਦੇ ਵਿੱਚ ਰਾਜਸੀ ਭਾਸ਼ਾ ਦੀ ਮਾਨਤਾ ਦਿੱਤੀ ਜਾਵੇ। ਇਹ ਬਹੁਤ ਜ਼ਰੂਰੀ ਆ ਔਰ ਇਖਲਾਕੀ ਤੌਰ 'ਤੇ ਵੀ ਇਹ ਡਿਊਟੀ ਆ, ਕਿਉਂਕਿ ਚੰਡੀਗੜ੍ਹ ਤਾਂ ਇੱਕ ਟੈਂਪਰੇਰੀ ਤੌਰ 'ਤੇ ਡਿਊਟੀ ਬਣਾਈ ਸੀ ਤੇ 60-40 ਦੀ ਰੇਸ਼ੋ ਨਾਲ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਜਿਹੜੀ ਫੈਸਲਾ ਹੋਇਆ ਵਾ ਪੰਜਾਬ ਤੇ ਹਰਿਆਣੇ ਦੇ ਮੁਲਾਜ਼ਮਾਂ ਦਾ, ਉਹ ਵੀ ਮੇਨਟੇਨ ਕੀਤਾ ਜਾਵੇ। ਤੀਜਾ ਜਿਹੜਾ ਮਸਲਾ ਹੈ, ਸਾਡੇ ਆਲ ਇੰਡੀਆ ਮਿਨੋਰਟੀ ਕਮਿਸ਼ਨ ਦੇ ਵਿੱਚ ਸਿੱਖ ਨੁਮਾਇੰਦਾ ਨਹੀਂ ਲਿਆ ਗਿਆ, ਜਦੋਂ ਕਿ ਦੂਜੀਆਂ 5 ਮਿਨੋਰਟੀਆਂ ਦੇ ਲਏ ਗਏ ਨੇ। ਉਹ ਵੀ ਸਾਮੀ ਜਿਹੜੀ ਆ ਸਿੱਖਾਂ ਵਿੱਚੋਂ ਭਰਨ ਦੀ ਲੋੜ ਆ। ਇੱਕ ਹੋਰ ਬੜਾ ਮਸਲਾ ਹੈ ਸਿੱਖ ਸੰਪਰਦਾ ਦਾ ਹੀ, ਸਿੱਖ ਸਮਾਜ ਦਾ, ਕਿ ਗੁਰਦੁਆਰਾ ਨੰਦੇੜ ਸਾਹਿਬ ਦਾ ਜਿਹੜਾ ਬੋਰਡ ਆ, ਸੱਚਖੰਡ ਹਜੂਰ ਸਾਹਿਬ ਬੋਰਡ, ਉਹਦੇ ਵਿੱਚ ਪਾਰਲੀਮੈਂਟ ਦੇ ਸਿੱਖ ਐਮਪੀਜ਼ ਦੇ ਵਿੱਚੋਂ 2 ਐਮਪੀਜ਼ ਜਾਂਦੇ ਨੇ। ਇਸ ਵਾਰੀ ਕੋਈ ਐਮਪੀ ਲਿਆ ਨਹੀਂ ਗਿਆ। ਮਾਨਯੋਗ ਗ੍ਰਹਿ ਮੰਤਰੀ ਜੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਟੈਲੀਫੋਨ 'ਤੇ ਸੰਪਰਕ ਕੀਤਾ ਤੇ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਕਨਸਟੀਟਿਊਸ਼ਨ ਜਿਹੜਾ ਬੋਰਡ ਦਾ ਬਣਿਆ ਉਸ ਮੁਤਾਬਕ 2 ਨੁਮਾਇੰਦੇ ਸਿੱਖ ਐਮਪੀਜ਼ ਤੋਂ ਭਰਨ ਲਈ ਕਿਹਾ। ਇਹ ਜਿਹੜੇ ਸਾਡੇ ਮਸਲੇ ਸੀ, ਇੱਕ ਸੀਗਾ ਮਿਨੋਰਟੀ ਕਮਿਸ਼ਨ ਕਸ਼ਮੀਰ ਦਾ, ਮਿਨੋਰਟੀ ਸਟੇਟਸ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀ ਰਾਜਨਾਥ ਸਿੰਘ ਜੀ ਦੀ ਅਗਵਾਈ ਹੇਠ ਹੀ ਆਲ ਪਾਰਟੀ ਡੈਲੀਗੇਸ਼ਨ ਗਿਆ ਸੀ। ਉੱਥੋਂ ਦੇ ਸਿੱਖਾਂ ਨੇ ਡੈਲੀਗੇਸ਼ਨ ਮਿਲੇ ਸੀ ਬਹੁਤ ਸਾਰੇ, ਔਰ ਬਾਕੀ ਪਾਰਟੀਆਂ ਨੇ ਵੀ ਬਲਕਿ ਇੱਕ ਆਵਾਜ਼ ਹੋ ਕੇ ਕਿਹਾ ਸੀ ਵੀ ਸਿੱਖ ਜਿਸ ਤਰ੍ਹਾਂ ਉੱਥੇ ਰਹਿ ਰਹੇ ਨੇ, ਉਹਨਾਂ ਦੇ ਬੱਚਿਆਂ ਨੂੰ ਵਿਦਿਅਕ ਅਦਾਰਿਆਂ ਵਿੱਚ ਔਰ ਖ਼ਾਸ ਤੌਰ 'ਤੇ ਨੌਕਰੀਆਂ ਵਿੱਚ ਇਹ ਜਿਹੜੀ ਹੈ ਸਹੂਲਤ ਮਿਲਣ ਵਾਸਤੇ ਉੱਥੇ ਮਿਨੋਰਟੀ ਸਟੇਟਸ ਸਿੱਖਾਂ ਨੂੰ ਮਿਲਣਾ ਚਾਹੀਦਾ। ਉਹ ਰਿਕਮੈਂਡੇਸ਼ਨ ਵੀ ਅਸੀਂ ਕਿਹਾ ਸੀ ਵੀ ਆਲ ਪਾਰਟੀ ਡੈਲੀਗੇਸ਼ਨ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੀ ਸਰਕਾਰ ਨੂੰ ਭੇਜੀ ਜਾਵੇ, ਤਾਂ ਕਿ ਸਿੱਖ ਜਿਹੜੇ ਨੇ ਉਹ ਉਹਨਾਂ ਬੱਚੇ ਜਿਹੜੇ ਉਹਨਾਂ ਦੇ ਨੇ ਉੱਥੇ ਉਹ ਵਿਦਿਅਕ ਖੇਤਰ ਦੇ ਵਿੱਚ ਆਪਣੇ ਪੜ੍ਹਾ ਸਕਣ ਅਤੇ ਨੌਕਰੀਆਂ ਵਿੱਚੋਂ ਥਾਂ ਹਾਸਲ ਕਰ ਸਕਣ। ਇਹ ਸਾਡੀਆਂ ਅਹਿਮ ਮਸਲੇ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਰ-ਬਾਰ ਉਠਾਏ ਵੀ ਜਾਂਦੇ ਰਹੇ, ਲੋਕ ਸਭਾ ਅਤੇ ਰਾਜ ਸਭਾ ਵਿੱਚ ਵੀ ਉਠਾਏ ਜਾਂਦੇ ਰਹੇ, ਪਰ ਅੱਜ ਅਸੀਂ ਮਿਲ ਕੇ ਉਹਨਾਂ ਨੂੰ ਇਹ ਬੇਨਤੀ ਕਰਕੇ ਆਏ ਆ। ਔਰ ਮਾਨਯੋਗ ਗ੍ਰਹਿ ਮੰਤਰੀ ਜੀ ਨੇ ਬਹੁਤ ਹੀ ਹਮਦਰਦੀ ਨਾਲ, ਬੜੇ ਵਿਸਤਾਰ ਦੇ ਨਾਲ ਇਹ ਸਾਰੇ ਇਸ਼ੂਜ਼ 'ਤੇ ਚਰਚਾ ਕੀਤੀ ਆ ਅਤੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਘੱਟੋ ਘੱਟ 40 ਮਿੰਟ ਇਹ ਵਾਰਤਾ ਹੋਈ ਆ, ਔਰ ਉਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਸਾਰੀਆਂ ਗੱਲਾਂ ਤੁਹਾਡੀਆਂ ਲਾਗੂ ਕਰਨ ਦੇ ਵਿੱਚ ਕਰਾਂਗੇ ਕੋਸ਼ਿਸ਼। ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ। ਕਿਤੇ ਨਾ ਕਿਤੇ ਬੀਜੇਪੀ ਜੋ ਹੈ ਉਹ ਵੀ ਦੇਖਣ 'ਚ ਆ ਰਿਹਾ ਕਿ ਹਰਿਆਣਾ ਦੇ ਪੱਖ 'ਚ ਆ ਰਹੀ ਹੈ, ਹਿੰਦੀ ਦੀ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਲੱਗਦਾ। ਨਹੀਂ, ਬੀਜੇਪੀ ਦੇ ਬਲਕਿ ਜਿਹੜਾ ਚੰਡੀਗੜ੍ਹ ਐਡਵਾਈਜ਼ਰੀ ਬੋਰਡ ਬਣਿਆ ਉਹਦੇ 'ਚ ਬੀਜੇਪੀ ਦੇ ਨੁਮਾਇੰਦਿਆਂ ਨੇ ਵੀ, ਕਾਂਗਰਸ ਦੇ ਨੁਮਾਇੰਦਿਆਂ ਨੇ ਵੀ, ਸ਼ਾਇਦ ਪਹਿਲੀ ਵਾਰੀ ਹੋਏਗਾ ਵੀ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਇੱਕ ਮਤ ਹੋ ਕੇ ਕਿਹਾ ਵੀ ਇੱਥੇ ਪੰਜਾਬੀ ਭਾਸ਼ਾ ਨੂੰ ਰਾਜਸੀ ਭਾਸ਼ਾ ਦੇ ਆਫੀਸ਼ੀਅਲ ਭਾਸ਼ਾ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇ। ਕਿਸੇ ਪਾਰਟੀ 'ਚ ਮਤਭੇਦ ਨਹੀਂ। ਇਹ ਠੀਕ ਆ, ਉੱਥੇ ਪੰਜਾਬੀ ਦੇ ਨਾਲ ਨਾਲ ਹਿੰਦੀ ਬੋਲਣ ਵਾਲੇ ਲੋਕ ਵੀ ਆ। ਅਸੀਂ ਕਹਿੰਦੇ ਹਾਂ ਵੀ ਪੰਜਾਬੀ ਨੂੰ ਤਾਂ ਉੱਥੇ ਆਫੀਸ਼ੀਅਲ ਲੈਂਗੁਏਜ ਬਣਾਓ। ਹਿੰਦੀ ਦੇ ਵਿੱਚ ਜੇ ਕੋਈ ਕੰਮਕਾਜ ਚੱਲਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੇ ਪਰ ਘੱਟੋ ਘੱਟ ਇੰਗਲਿਸ਼ ਜਿਹੜੀ ਆ ਉਹ ਤਾਂ ਇੱਕ ਲਿੰਕ ਭਾਸ਼ਾ, ਉਹਨੂੰ ਤਾਂ ਉਹ ਤਾਂ ਹਿੰਦੁਸਤਾਨ 'ਚ ਕਿਸੇ ਯੂਟੀ ਦੇ ਵਿੱਚ ਨਹੀਂ ਹੈ। ਇੱਥੇ ਪੰਜਾਬੀ ਨਾਲ ਇੰਨਾ ਵਿਤਕਰਾ ਕਿਉਂ ਹੋ ਰਿਹਾ? 10 ਸਾਲ ਤੋਂ ਤੁਹਾਡੀ ਸਰਕਾਰ ਰਹੀ ਸਰ, ਲਗਾਤਾਰ 10 ਸਾਲ ਤੱਕ
ਤੁਹਾਡੇ ਕੀ ਲੱਗਦਾ ਹੈ ਕਿ ਅਕਾਲੀ ਦਲ ਵੱਲੋਂ ਐਫਰਟ ਨਹੀਂ ਕੀਤੇ ਗਏ ਨਹੀਂ, ਜਦੋਂ ਸਾਡੀ ਸਰਕਾਰ ਸੀ ਉਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪ ਮਿਲ ਕੇ ਵੀ ਗੱਲ ਕੀਤੀ ਸੀ ਔਰ ਸਾਨੂੰ ਸਾਰੇ ਐਮਪੀਜ਼ ਨੂੰ ਭੇਜਿਆ ਸੀ। ਉਦੋਂ ਵੀ ਜਿਹੜਾ 60-40 ਦੀ ਰੇਸ਼ੋ ਦਾ ਜਿਹੜਾ ਡੈਪੂਟੇਸ਼ਨਾਂ ਮਸਲਾ ਸੀ ਉਹ ਅਸੀਂ ਉਦੋਂ ਹੱਲ ਕਰਾਇਆ ਸੀ। ਉਹਦੇ ਸਲੰਕੀ ਸਾਹਿਬ ਗਵਰਨਰ ਸੀ, ਉਹਨਾਂ ਨੇ ਉਹ ਹੱਲ ਕਰਤਾ ਸੀ, ਨਹੀਂ ਤਾਂ ਉਹ ਕੱਢਤੇ ਸੀ ਸਾਰੇ ਮੁਲਾਜ਼ਮ ਪੰਜਾਬ ਤੇ ਹਰਿਆਣੇ ਦੇ, ਉਦੋਂ ਹੀ ਰੋਕੇ ਸੀ। ਜਿੱਥੇ ਤੱਕ ਪੰਜਾਬੀ ਦੀ ਗੱਲ ਆ, ਪੰਜਾਬੀ ਦਾ ਜਿਹੜਾ ਹੁਣ ਜ਼ਿਆਦਾ ਉੱਥੇ ਪਹਿਲਾਂ ਪੰਜਾਬੀ ਦੇ ਵਿੱਚ ਚਿੱਠੀ ਪੱਤਰ ਦਾ ਜਵਾਬ ਵੀ ਹੁੰਦਾ ਸੀ, ਪੰਜਾਬੀ 'ਚ ਬੋਰਡ ਵੀ ਲੱਗੇ ਹੋਏ ਸੀ, ਸਾਰਾ ਕੁਝ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ 17 ਲਿਖੀਆਂ ਸੀ, ਕਿਤੇ ਜਿਹੜਾ ਰੋਜ਼ ਗਾਰਡਨ ਸਾਰਾ ਕੁਝ ਸੀ। ਪਰ ਆ ਪਿਛਲੇ ਦਿਨਾਂ 'ਚ ਕੁਛ ਚੱਕਾ ਤੇ ਸੀ, ਇਸ ਕਰਕੇ ਉੱਥੇ ਵੱਡੀ ਗੱਲ ਇਹ ਆ ਵੀ ਹੁਣ ਪੰਜਾਬੀ ਭਾਸ਼ਾ ਨਾਲ ਉੱਥੇ ਇਸ ਤਰ੍ਹਾਂ ਦਾ ਵਿਤਕਰਾ ਹੋਇਆ ਤੇ ਉਹਦੇ 'ਚ ਜਿੰਨੇ ਵੀ ਆਲੇ ਦੁਆਲੇ ਦੇ ਲੋਕ ਨੇ, ਖਾਸ ਤੌਰ ਤੇ ਉਹ ਪਿੰਡਾਂ ਦੇ ਲੋਕ ਜਿਹੜੇ ਪਿੰਡੋਂ ਜਾੜੇ ਗਏ ਸੀ, ਉਹ ਅੱਜ ਐਜੀਟੇਸ਼ਨ ਤੇ ਉਤਰ ਆਏ, ਅੱਜ ਉਹ ਧਰਨੇ ਲਾ ਰਹੇ ਨੇ, ਅੱਜ ਉਹ ਮੁਜ਼ਾਹਰੇ ਕਰ ਰਹੇ ਨੇ। ਸੋ ਇਹ ਸਾਰੀ ਸਥਿਤੀ ਨੂੰ ਦੇਖ ਕੇ ਬਣਦਾ ਜਿਹੜਾ ਜ਼ਿੰਮੇਵਾਰੀ ਆ ਭਾਰਤ ਸਰਕਾਰ ਦੀ ਆ, ਕਿਉਂਕਿ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦਾ ਇਹ ਸਾਰਾ, ਪੰਜਾਬ ਦੇ ਅੰਡਰ ਤਾਂ ਹੈ ਨਹੀਂ ਚੰਡੀਗੜ੍ਹ, ਤੇ ਗ੍ਰਹਿ ਮੰਤਰਾਲਾ ਹੀ ਚਲਾਉਂਦਾ, ਤੇ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਮਿਲੇ। ਇੱਕ ਸਰ ਕਰਨਾਟਕ ਵਿੱਚ ਦੇਖਣ ਚ ਆਇਆ ਕਿ ਸਿੱਖ ਨੌਜਵਾਨਾਂ ਪੂਰੀ ਤਰੀਕੇ ਨਾਲ ਲੁੱਟਿਆ ਗਿਆ। ਹਾਲਾਂਕਿ ਹੁਣ ਉੱਥੋਂ ਦੇ ਸੀਐਮ ਨੇ ਜਦੋਂ ਮੀਡੀਆ 'ਚ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਆਦੇਸ਼ ਪੁਲਿਸ ਨੂੰ ਦੇ ਦਿੱਤੇ, ਲੇਕਿਨ ਸਿੱਖ ਨਾਲ ਨਸਲੀ ਹਮਲੇ ਜਿਹੜੇ ਸਰ ਲਗਾਤਾਰ ਮੁਲਕ 'ਚ ਦੇਖੋ, ਨਸਲੀ ਹਮਲੇ ਇਕੱਲੇ ਮੁਲਕ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੋ ਰਹੇ ਨੇ। ਮੁਲਕ ਦੇ ਵਿੱਚ ਹਮਲਿਆਂ ਤੇ ਸਾਨੂੰ ਹੋਰ ਜ਼ਿਆਦਾ ਚਿੰਤਾ। ਪਿੱਛੇ ਜੇ ਅੰਬਾਲੇ ਹੋਇਆ ਸੀ, ਦਿੱਲੀ ਗੁਰਦੁਆਰਾ ਕਮੇਟੀ ਮਨਜੀਤ ਸਿੰਘ ਜੀਕੇ ਹੋਰਾਂ ਨੇ ਬੜੇ ਜ਼ੋਰ ਨਾਲ ਕੇਸ ਚੱਕਿਆ ਸੀ ਤੇ ਉਹ ਕੇਸ ਦਰਜ ਹੋਏ, ਜਿਹੜੇ ਬੰਦੇ ਹਾਂਜੀ ਹਾਂ ਜੇ ਕਲਪਰੇਟ ਸੀ ਜਿਹੜੇ, ਉਹਨਾਂ ਤੇ ਕੇਸ ਦਰਜ ਹੋਏ। ਇਸੇ ਤਰ੍ਹਾਂ ਬੰਗਲੌਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇਹ ਵੀ ਬੜੀ ਨਿੰਦਣਯੋਗ ਆ। ਅੱਜ ਵੀ ਗ੍ਰਹਿ ਮੰਤਰੀ ਜੀ ਨਾਲ ਅਸੀਂ ਰਸਮੀ ਤੌਰ ਤੇ ਗੱਲ ਕੀਤੀ ਆ ਵੀ ਵਿਦੇਸ਼ਾਂ ਵਿੱਚ ਤਾਂ ਨਸਲੀ ਹਮਲੇ ਹੁੰਦੇ ਸੀ ਤੇ ਦੇਸ਼ ਵਿੱਚ ਵੀ ਇਸ ਤਰ੍ਹਾਂ ਦੇ ਹੋਣੇ ਸ਼ੁਰੂ ਹੋਏ ਆ, ਵੀ ਇਹ ਸਖਤੀ ਨਾਲ ਰੋਕਣ ਦੀ ਲੋੜ ਆ, ਸਖਤੀ ਨਾਲ ਸਟੇਟ ਗੌਰਮੈਂਟਸ ਨੂੰ ਹਦਾਇਤਾਂ ਦੇਣ ਦੀ ਲੋੜ ਆ। ਅਸੀਂ ਤਾਂ ਇਹ ਵੀ ਕਿਹਾ ਵੀ ਪੰਜਾਬ ਦੇ ਅੰਦਰ ਮਾਰ ਤਾੜ ਹੋ ਰਹੀ ਆ, ਲੂਟਿੰਗ ਹੋ ਰਹੀ ਆ, ਕਿਡਨੈਪਿੰਗ ਹੋ ਰਹੀ ਆ ਔਰ ਸਿਆਸੀ ਕਤਲ ਹੋ ਰਹੇ ਨੇ। ਮਤਲਬ ਐਸੇ ਹਾਲਾਤਾਂ ਦੇ ਵਿੱਚ ਸੈਂਟਰਲ ਗੌਰਮੈਂਟ ਨੂੰ ਕੋਈ ਸਖਤ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ ਸੂਬਾ ਸਰਕਾਰ ਨੂੰ, ਸੈਂਸਿਟਿਵ ਸਟੇਟਸ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਚਰਚਾ ਦੇ ਵਿੱਚ ਆਈਆਂ ਤੇ ਉਹਨਾਂ ਨੇ ਸੁਣੀਆਂ। ਦੇਖਣ ਚ ਆਇਆ ਲਗਾਤਾਰ ਹੁਣ ਜਿਵੇਂ ਗੋਲੀਆਂ ਚੱਲ ਰਹੀਆਂ ਨੇ ਬੰਦੇ ਮਾਰੇ ਜਾ ਰਹੇ। ਨਹੀਂ, ਮੈਂ ਇਹੀ ਕਿਹਾ ਨਾ ਵੀ ਪੰਜਾਬ ਦੇ ਵਿੱਚ ਪਿਛਲੇ 4 ਮਹੀਨਿਆਂ ਦੇ ਵਿੱਚ ਕਿਸਾਨਾਂ ਦੀਆਂ ਤਾਂ ਘੱਟੋ ਘੱਟ 200 ਖੁਦਕਸ਼ੀਆਂ ਹੋ ਗਈਆਂ ਔਰ ਵਪਾਰੀ ਘਰਾਂ ਦੇ ਸਾਹਮਣੇ, ਦੁਕਾਨਾਂ ਦੇ ਸਾਹਮਣੇ ਮਾਰੇ ਜਾ ਰਹੇ ਨੇ ਔਰ ਗੈਂਗਵਾਰ ਇੰਨੀ ਤੇਜ਼ ਹੋ ਗਈ ਔਰ ਗੈਂਗਵਾਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਲਿੰਕ ਵੀ ਮਤਲਬ ਕੁਝ ਐਸੇ ਲੋਕਾਂ ਨਾਲ ਜੁੜੇ ਹੋਏ ਨੇ। ਪੰਜਾਬ ਜਿਹੜਾ ਹੈ ਸਰਹੱਦੀ ਸੂਬਾ ਹੋਣ ਕਰਕੇ ਸੈਂਸਿਟਿਵ ਸੂਬਾ, ਵੈਸੇ ਵੀ ਦੇਸ਼ ਦੇ ਵਿੱਚ ਇੱਕ ਅਹਿਮ ਸੂਬੇ ਦੇ ਤੌਰ ਤੇ ਜਾਣਿਆ ਜਾਂਦਾ। ਉੱਥੋਂ ਦਾ ਮਾਹੌਲ 4 ਮਹੀਨਿਆਂ ਵਿੱਚ ਜਿਹੜਾ ਖਰਾਬ ਹੋ ਗਿਆ, ਮਾਈਨਿੰਗ ਦੇ ਵਿੱਚ ਸਾਰਾ ਪੰਜਾਬ ਪੁੱਟ ਕੇ ਧਰਤਾ, ਸੜਕਾਂ ਟੁੱਟ ਗਈਆਂ, ਆਪਣੇ ਪੁਲ ਟੁੱਟ ਗਏ। ਮਤਲਬ ਇਸ ਤਰ੍ਹਾਂ ਦੀ ਮਾਰੋ ਧਾੜ ਹੋ ਰਹੀ ਆ ਵੀ ਤੁਸੀਂ ਐਂ ਲੱਗਦਾ ਵੀ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ। ਸਿਆਸੀ ਬਦਲਾਖੋਰੀ ਦੇ ਵਿੱਚ ਦਲਿਤਾਂ ਦੇ ਬੜੇ ਅਤਿਆਚਾਰ ਹੋ ਰਹੇ ਨੇ। ਸਸਤੀ ਆਟਾ ਦਾਲ ਦੇਣੀ ਉਹ ਬੰਦ ਕਰਤੀ ਵੀ ਕਿ ਤੁਸੀਂ ਅਕਾਲੀ ਬੀਜੇਪੀ ਨੂੰ ਵੋਟਾਂ ਪਾ ਕੇ ਦੇਖ ਲਓ ਸਵਾਦ। ਭਾਈ ਇਸ ਕਿਸਮ ਦੀਆਂ ਗੱਲਾਂ ਕੋਈ ਸੂਬੇ ਦੀ ਸਰਕਾਰ ਦੇ ਜ਼ਿੰਮੇਵਾਰ ਲੋਕ ਕਰਨ। ਉੱਥੋਂ ਦੇ ਖੁਦ ਜਿਹੜੇ ਰੂਲਿੰਗ ਪਾਰਟੀ ਦੇ ਵਿਧਾਇਕ ਨੇ ਉਹ ਕਹਿ ਰਹੇ ਨੇ ਵੀ ਨਸ਼ਿਆਂ ਦੀ ਬਹੁਤਾਤ ਹੋ ਗਈ। ਸੋ ਐਸੇ ਹਾਲਾਤਾਂ ਦੇ ਵਿੱਚ ਅਸੀਂ ਇਹ ਵੀ ਚਰਚਾ 'ਚ ਆਇਆ ਸੀ ਵੀ ਕੇਂਦਰ ਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ, ਘੱਟੋ ਘੱਟ ਸੂਬਾ ਸਰਕਾਰ ਨੂੰ ਸਖਤ ਹਦਾਇਤਾਂ ਜਾਰੀ ਕਰਨੀ ਚਾਹੀਦੀਆਂ। ਇੱਕ ਸਰ ਨਾਮਧਾਰੀ ਦੇ ਲੋਕ ਵੀ ਤੁਹਾਡੇ ਨਾਲ ਹੀ ਮਿਲੇ। ਵੈਸੇ ਲਾ ਐਂਡ ਆਰਡਰ ਦੇ ਤਾਂ ਇਤਨਾ ਸੀਰੀਅਸ ਹੋ ਗਿਆ। ਕੱਲ ਸੀਆਰਪੀ ਦੇ ਜਵਾਨ ਤੋਂ 2 ਲੜਕੇ 1 ਲੜਕੀ, ਉਹਨਾਂ ਨੇ ਸੀਆਰਪੀ ਦੀ AK-47 ਗਨ ਖੋਲੀ ਹੈ। ਇਸ ਤੋਂ ਅੱਗੇ ਤਾਂ ਹੁਣ ਕੋਈ ਰਹੀ ਨਹੀਂ ਗਿਆ ਕੁਝ ਲੁਧਿਆਣੇ ਵਰਗੇ ਸਿਟੀ ਦੇ ਵਿੱਚ। ਨਹੀਂ, ਫੌਜੀਆਂ ਦੇ ਘਰ ਜ਼ਮੀਨਾਂ ਤੇ ਕਬਜ਼ੇ ਕਰ ਲਏ। ਇੱਕ ਜੰਮੂ ਕਸ਼ਮੀਰ 'ਚ ਬੰਦਾ ਫੌਜੀ ਆ, ਉਹਦੇ ਫਰੀਡਮ ਫਾਈਟਰ ਦੇ ਜ਼ਮੀਨਾਂ ਤੇ ਕਬਜ਼ੇ। ਜਿੱਥੋਂ ਤੱਕ ਸਵਾਲ ਹੈ ਗਰੀਬ ਜਨਤਾ ਦਾ, ਉਹਨਾਂ ਦੇ ਨੀਲੇ ਕਾਰਡ ਕੱਟੇ ਜਾ ਰਹੇ ਆ, ਉਹਨਾਂ ਦੀਆਂ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ, ਫਿਰ ਉਹਨਾਂ ਦੇ ਪਲਾਟ ਖੋਹੇ ਜਾ ਰਹੇ ਆ, ਮਰਡਰ ਹੋ ਰਹੇ ਆ। ਘੱਟੋ ਘੱਟ ਕਿਤਨੇ ਐਸਸੀ ਦੇ ਮਰਡਰ ਹੋਏ ਬਗੈਰ ਕਿਸੇ ਕਾਰਨ। ਸੋ ਬਹੁਤ ਬੁਰੀ ਹਾਲਾਤ ਹੈ, ਗਰੀਬਾਂ ਨਾਲ ਵੀ ਧੱਕਾ ਔਰ ਲਾ ਐਂਡ ਆਰਡਰ ਦਾ ਬੁਰਾ ਹਾਲਾਤ ਹੈ। ਨਾਮਧਾਰੀ ਜਿਹੜੇ ਨੇ ਸਤਿਗੁਰੂ ਰਾਮ ਸਿੰਘ ਜੀ ਦੀ ਜਿਹੜੀ 200 ਸਾਲਾ ਮਨਾਉਣ ਦੀ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕੀਤਾ ਰਾਸ਼ਟਰੀ ਪੱਧਰ ਤੇ, ਉਹ ਸਤੰਬਰ ਤੱਕ ਹੈ। ਉਹਦੇ ਸੰਬੰਧੀ ਉਹ ਵੀ ਉਹਨਾਂ ਦਾ ਡੈਪੂਟੇਸ਼ਨ ਗਿਆ ਸੀ ਸਾਡੇ ਨਾਲ ਤੇ ਇੱਕ ਵਿਗਿਆਨ ਭਵਨ ਦੇ ਵਿੱਚ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ। ਮਾਨਯੋਗ ਗ੍ਰਹਿ ਮੰਤਰੀ ਜੀ ਨੇ ਹਾਂ ਦਿੱਤੀ ਹੈ ਇਸ ਵਾਸਤੇ ਵੀ ਉਹ ਪ੍ਰਜ਼ਾਈਡ ਕਰਨਗੇ ਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਜਲਦੀ ਡੈਪੂਟੇਸ਼ਨ ਮਿਲੇਗਾ ਤਾਂ ਕਿ ਉਹ ਭੈਣੀ ਸਾਹਿਬ ਜਿਹੜਾ ਲਾਸਟ ਸਮਾਗਮ ਹੋਵੇ
ਉਹਦੇ 'ਚ ਹਾਜ਼ਰੀ ਭਰਨ, ਕਿਉਂਕਿ ਸਤਿਗੁਰੂ ਰਾਮ ਸਿੰਘ ਹੋਰਾਂ ਨੇ ਨਾਨ ਵਾਇਲੈਂਸ ਮੂਵਮੈਂਟ ਦੀ ਸ਼ੁਰੂਆਤ ਕੀਤੀ ਔਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਅੱਜ ਨਾਅਰਾ ਇਹ ਉਹਨਾਂ ਨੇ ਲਾਇਆ ਸਭ ਤੋਂ ਪਹਿਲਾਂ ਮੁਲਕ ਦੇ ਵਿੱਚ, ਔਰ ਹਰ ਕਿਸਮ ਦੇ ਜ਼ੁਲਮ ਅਤੇ ਜਿਹੜੀ ਵਾਇਲੈਂਸ ਆ ਉਹਦਾ ਵਿਰੋਧ ਕੀਤਾ, ਅੰਗਰੇਜ਼ ਦੇ ਵਿਰੁੱਧ ਬਹੁਤ ਡਟ ਕੇ ਲੜੇ। ਸੋ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਵਿਦੇਸ਼ੀ ਵਸਤਾਂ ਦਾ ਬਾਈਕਾਟ ਦਾ ਨਾਰਾ ਪਹਿਲਾਂ ਰਾਮ ਸਿੰਘ ਦਿੱਤਾ। ਗਊ ਰੱਖਿਆ ਵਾਸਤੇ 66 ਬੰਦੇ ਗੋਲੀਆਂ ਨਾਲ ਮੇਰੇ ਕੋਲ ਉਡਾਏ ਗਏ। ਏਡੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਉਹਨੇ ਹੋਈਆਂ ਨੇ, ਇਸ ਕਰਕੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਆਏ ਸੀ ਜਿਹੜੇ ਹੈ ਨੁਮਾਇੰਦੇ ਨਾਲ ਸਾਡੇ ਮਿਲੇ ਸੀ ਕਿ ਪ੍ਰਧਾਨ ਮੰਤਰੀ ਤੋਂ ਟਾਈਮ ਤੇ ਹੋਮ ਮਿਨਿਸਟਰ ਤੋਂ ਕਿਹਾ ਸਾਨੂੰ ਟਾਈਮ ਦਿਓ ਤਾਂ ਕੋਈ ਜਿਹੜਾ ਮੇਨ ਫੰਕਸ਼ਨ ਹੋਊਗਾ ਉਹਨੇ ਹਾਜ਼ਰ ਕਰ ਸਕੇ। ਮਾਤਾ ਚੰਦ ਕੌਰ ਜੀ ਦੇ ਬਾਰੇ ਵੀ ਚਰਚਾ ਹੋਏਗੀ, ਉਹਨਾਂ ਦੇ ਕਾਤਲ ਹਲੇ ਤੱਕ ਨਹੀਂ। ਮਾਤਾ ਚੰਦ ਕੌਰ ਜੀ ਦੇ ਜਿਹੜੇ ਕਾਤਲਾਂ ਨੂੰ ਫੜਨ ਬਾਰੇ ਪਹਿਲਾਂ ਵੀ ਬਾਦਲ ਸਰਕਾਰ ਸਮੇਂ ਵੀ ਬੜੇ ਯਤਨ ਹੋਏ, ਫਿਰ ਇਸੇ ਕਰਕੇ CBI ਨੂੰ ਇਨਕੁਆਇਰੀ ਦੇਤੀ ਸੀ ਤੇ ਅੱਜ ਵੀ ਗ੍ਰਹਿ ਮੰਤਰੀ ਜੀ ਨੂੰ ਕਿਹਾ ਗਿਆ ਕਿ ਵੀ ਉਹ ਜਲਦੀ ਤੋਂ ਜਲਦੀ ਉਹਦੇ ਤੇ ਹੋਰ ਮਤਲਬ ਇਸ ਇਨਕੁਆਇਰੀ ਨੂੰ ਤੇਜ਼ੀ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਬਚ ਕੇ ਨਾ ਪਾਉਣ, ਤੇ ਇਸ ਤਰ੍ਹਾਂ ਦੀ ਗੱਲ ਉੱਥੇ ਰੱਖੀ ਗਈ। ਗਿਆਨ ਗੋਦੜੀ ਤੇ ਬੀਬੀਆਂ ਨੂੰ ਜੋ ਹੈ ਸਿਮਰਨ ਕਰਨਾ ਚਾਹੀਦਾ, ਉਹ ਮੇਰੇ ਕੋਲ ਪੁੱਛ ਲਓ। ਦੇਖੋ ਬੀਬੀਆਂ ਦੇ ਸਿਮਰਨ ਵਾਲੀ ਗੱਲ ਜਾਂ ਹੋਰ ਉੱਥੇ ਜਿਹੜੀ ਉੱਥੇ ਦੀ ਮਰਿਆਦਾ ਹੈ, ਇੱਕ ਪੰਥ ਦੀ ਮਰਿਆਦਾ ਹੈ, ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਕ ਸਥਾਪਿਤ ਮਰਿਆਦਾ ਹੈ, ਉਸ 'ਚ ਰਹਿ ਕੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ। ਉਹ ਤਾਂ ਅਕਾਲ ਤਖਤ ਸਾਹਿਬ ਦਾ ਹੈ, ਜੋ ਵੀ ਮਰਿਆਦਾ ਉਹਦੇ 'ਚ ਚੱਲਦਾ। ਹੁਣ ਉਹਦੇ ਅੱਜ ਤੁਸੀਂ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ, ਕੁਝ ਦਿਨ ਪਹਿਲਾਂ ਵੀ ਤੁਹਾਡੀ ਆਪਸ ਵਿੱਚ ਬੈਠਕ ਤੁਸੀਂ ਕੀਤੀ ਸੀ ਕਿ ਇਸ ਨੂੰ ਮੁਹਿੰਮ ਅੱਗੇ ਲੈ ਕੇ ਜਾਇਆ ਜਾਏ। ਉੱਥੇ ਵੀ ਇੱਕ ਡੈਲੀਗੇਸ਼ਨ ਉੱਥੋਂ ਦੇ ਇੱਕ ਤੁਹਾਡੇ ਅਕਾਲੀ ਦਲ ਦੇ MLA ਨੇ, ਤੁਸੀਂ ਉਹਨਾਂ ਨੂੰ ਇਸ ਬਾਰੇ ਅੱਗੇ ਲਾਇਆ ਹੈ, ਕੀ ਰਿਹਾ? ਇਸ ਤਰ੍ਹਾਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਿਹੜੀ ਹੈ ਉਹਦੀ ਲੜਾਈ ਅਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਹ ਜਥੇਬੰਦੀਆਂ, ਪਿਛਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜੇ ਸੀਨੀਅਰ MP ਸਾਹਿਬ ਨੇ ਉਹ ਜ਼ਰੂਰ ਡੈਲੀਗੇਸ਼ਨ ਲੈ ਕੇ ਜਾਣ ਹੋਮ ਮਿਨਿਸਟਰ ਕੋਲ। ਅੱਜ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਸੀਗੇ ਸਰ ਪ੍ਰੇਮ ਸਿੰਘ ਚੰਦੂਮਾਜਰਾ, ਭੁੰਦਰ ਸਾਹਿਬ, ਡਾਕਟਰ ਜਸਪਾਲ ਸਿੰਘ ਔਰ ਮੈਂ, ਔਰ ਇਸ ਗੱਲ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਕਿ 1978-80 ਤੱਕ ਇਹ ਜਿਹੜਾ ਅਸਥਾਨ ਗੁਰੂ ਨਾਨਕ ਪਾਤਸ਼ਾਹ ਦਾ ਸੀਗਾ, ਇਹ ਅਸਥਾਨ ਸਾਨੂੰ ਮਿਲਣਾ ਚਾਹੀਦਾ। ਔਰ ਡਾਕਟਰ ਜਸਪਾਲ ਸਿੰਘ ਹੋਰਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਹਿੰਦੂ ਸਿੱਖਾਂ ਦੀ ਇੱਕ ਸਾਂਝ ਜਿਹੜੀ ਹਰਕੀ ਪੌੜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹਦੀ ਨੀਂਹ ਰੱਖੀ ਸੀ, ਇਹ ਉਹਦੀ ਨਿਸ਼ਾਨੀ ਹੈ, ਇਹ ਸਾਨੂੰ ਵਾਪਸ ਮਿਲਣੀ ਚਾਹੀਦੀ ਹੈ। ਹੋਮ ਮਿਨਿਸਟਰ ਨੇ ਬੜਾ ਪੋਜ਼ਿਟਿਵ ਇਸ 'ਤੇ ਰਿਸਪੌਂਸ ਦਿੱਤਾ ਔਰ ਉਸਨੇ ਆਖਿਆ ਕਿ ਮੈਂ CM ਨਾਲ ਗੱਲ ਕਰਾਂਗਾ ਔਰ ਤੁਹਾਡਾ ਜਿਹੜਾ ਡੈਲੀਗੇਸ਼ਨ ਹੈ ਉੱਤਰਾਖੰਡ ਦੇ CM ਨੂੰ ਜ਼ਰੂਰ ਮਿਲੇ ਔਰ ਸਾਨੂੰ ਇਤਰਾਜ਼ ਨਹੀਂ ਹੈ, ਇਹਦੇ ਵਿੱਚ ਚਾਹਾਂਗੇ ਕਿ ਆਪਸ 'ਚ ਮਿਲ ਬੈਠ ਕੇ ਤੁਹਾਡਾ ਫੈਸਲਾ ਹੋਣਾ ਚਾਹੀਦਾ। ਔਰ ਮੈਨੂੰ ਉਮੀਦ ਹੈ ਬਹੁਤ ਛੇਤੀ ਇਹ ਜਿਹੜਾ ਮਸਲਾ ਸਾਰੀ ਕੌਮ ਦੇ ਦਿਲਾਂ ਦੇ ਵਿੱਚ ਆਇਆ ਹੋਇਆ ਇਹ ਜ਼ਰੂਰ ਪੂਰਾ ਹੋਏਗਾ। 2019 'ਚ ਜਿਹੜੀ ਸ਼ਤਾਬਦੀ ਆਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ 550 ਸਾਲਾ, ਉਸ ਤੋਂ ਪਹਿਲੇ ਇਹਦਾ ਮਸਲਾ ਹੱਲ ਹੋਏਗਾ। ਲੇਕਿਨ ਜੀ ਸਾਹਿਬ, ਜਿੱਥੇ ਤੱਕ ਮੈਨੂੰ ਯਾਦ ਹੈ ਕਿ ਇੱਕ ਬਿਆਨ ਆਇਆ ਸੀ ਉੱਤਰਾਖੰਡ ਦੇ ਸਰਕਾਰ ਵੱਲੋਂ ਵੀ ਕਿ ਜਿਹੜਾ ਗਿਆਨ ਗੋਦੜੀ ਦਾ ਮਾਮਲਾ ਹੈ ਉਹ ਸਰਕਾਰ ਆਪਣੇ ਆਪ ਵੇਖੇਗੀ ਤੇ ਉੱਥੋਂ ਦੇ ਲੋਕਲ ਸਿੱਖਾਂ ਨੂੰ ਨਾਲ ਲੈ ਕੇ ਇਸ ਮਾਮਲੇ ਨੂੰ ਨਿਬੜਿਆ ਜਾਏਗਾ, ਕਿਸੇ ਬਾਹਰ ਦੇ ਬੰਦੇ ਨੂੰ ਇਸ ਦਖਲ ਦੇਣ। ਇਸ ਤਰ੍ਹਾਂ ਹੈਗਾ ਕਿ ਅਕਾਲ ਤਖਤ ਸਾਹਿਬ ਸਾਰੇ ਸਿੱਖਾਂ ਦਾ ਸਰਮੋਰ ਜਥੇਬੰਦੀ ਹੈ। ਅਕਾਲ ਤਖਤ ਸਾਹਿਬ ਦੇ ਥੱਲੇ ਸਾਰਾ ਆਉਂਦਾ ਹੈ। ਉੱਥੇ ਨਾ ਤੇ ਦਿੱਲੀ ਗੁਰਦੁਆਰਾ ਕਮੇਟੀ ਨਾ ਸ਼੍ਰੋਮਣੀ ਕਮੇਟੀ ਨੇ ਜਾ ਕੇ ਕੋਈ ਸਥਾਨ ਬਣਾਉਣਾ, ਉਹਦੀ ਸੇਵਾ ਸੰਭਾਲ ਲੋਕਲ ਸਿੱਖ ਲੋਕਲ ਜਥੇਬੰਦੀਆਂ ਕਰਨਗੇ। ਸਾਡਾ ਕੋਈ ਪਰਪਸ ਨਹੀਂ ਕਿ ਅਸੀਂ ਲੋਕਲਸ ਤੋਂ ਲੈ ਰਹੇ ਹਾਂ, ਲੋਕਲਸ ਨੇ ਹੀ ਉੱਥੇ ਸਾਰਾ ਕੁਝ ਕਰਨਾ ਹੈ। ਲੇਕਿਨ ਪੂਰਾ ਪੰਥ ਚਾਹੁੰਦਾ ਹੈ ਕਿ ਉਹ ਜਗ੍ਹਾ ਰਿਸਟੋਰ ਕੀਤੀ ਜਾਏ ਔਰ ਉੱਥੋਂ ਦੀ ਜਿਹੜੀ ਸਥਾਨਕ ਸੰਗਤ ਹੈ, ਸਥਾਨਕ ਜਥੇਬੰਦੀਆਂ ਨੇ, ਉਹੀ ਉਹਦਾ ਇੰਤਜ਼ਾਮ ਕਰਨਗੇ। ਸਾਡਾ ਉਹਦੇ 'ਚ ਕੋਈ ਲੈਣ ਦੇਣ ਨਹੀਂ ਹੋਏਗਾ। ਇਹ ਵਾਲਾ ਮਸਲਾ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿੱਚ ਵਿਚਾਰਿਆ ਜਾ ਰਿਹਾ ਔਰ ਮੈਨੂੰ ਲੱਗਦਾ ਹੈ ਕਿ ਜਲਦੀ ਇਹਦੇ ਬਾਰੇ ਕੋਈ ਨਾ ਕੋਈ ਨਿਰਣਾ ਲੈਣਾ ਚਾਹੀਦਾ। ਇੱਕ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਜੇ ਸਿਧਾਂਤਕ ਤੌਰ ਤੇ ਆਪਾਂ ਦੇਖੀਏ ਤਾਂ ਬੀਬੀਆਂ ਦੀ ਪਾਰਟਿਸਪੇਸ਼ਨ ਕੀਰਤਨ ਵਿੱਚ ਸਿਧਾਂਤਕ ਤੌਰ ਤੇ ਮੈਂ ਸਮਝਦਾ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੈ। ਇਹ ਜ਼ਰੂਰ ਹੈ ਕਿ ਜੋ ਪਰੰਪਰਾ ਚਲੀ ਆ ਰਹੀ ਹੈ ਜਾਂ ਹੋਰ ਜਿਹੜੇ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਇਹ ਸਾਰਾ ਸਮੁੱਚਾ ਫੈਸਲਾ ਪੰਥਕ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ। ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਇਸ ਅੱਜ ਦੀ ਮੁਲਾਕਾਤ ਵਿੱਚ ਇੱਕ ਇਸ਼ੂ ਕਸ਼ਮੀਰ ਦੇ ਸਿੱਖਾਂ ਬਾਰੇ ਅਸੀਂ ਉੱਥੇ ਚੁੱਕਿਆ ਸੀ ਔਰ ਮੈਂ ਸਮਝਦਾ ਕਿ ਇਹ ਮਸਲਾ ਬਹੁਤ ਸੰਜੀਦਾ ਹੈ। ਕਸ਼ਮੀਰ ਦੇ ਸਿੱਖ ਇੱਕ ਲਿਹਾਜ਼ ਨਾਲ ਇੱਕ ਵੱਡੀ ਸਮੱਸਿਆ ਵਿੱਚ ਫਸੇ ਹੋਏ ਨੇ। ਉਹਨਾਂ ਨੂੰ ਕੋਈ ਮਾਈਨੋਰਟੀ ਅਧਿਕਾਰ ਨਹੀਂ, ਬਹੁਤ ਛੋਟੀ ਮਾਈਨੋਰਟੀ ਦੇ ਰੂਪ ਵਿੱਚ
ਕਸ਼ਮੀਰ ਦੇ ਸਿੱਖ ਉੱਥੇ ਰਹਿੰਦੇ ਨੇ, ਉਹਨਾਂ ਨੂੰ ਕੋਈ ਸਹੂਲਤ ਨਾ ਨੌਕਰੀਆਂ ਵਿੱਚ ਨਾ ਪੜ੍ਹਾਈ ਵਿੱਚ ਦਿੱਤੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀ ਸਾਡੀ ਚਰਚਾ ਹੋਈ ਹੈ ਔਰ ਗ੍ਰਹਿ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਜ਼ਰੂਰ ਇਸ ਬਾਰੇ ਗੱਲ ਕਰਨਗੇ ਔਰ ਜਿਹੜਾ ਮਾਈਨੋਰਿਟੀ ਸਟੇਟਸ ਹੈ ਸਿੱਖਾਂ ਨੂੰ ਉਹ ਜੰਮੂ ਕਸ਼ਮੀਰ 'ਚ ਮਿਲੇਗਾ। ਦੂਜੀ ਗੱਲ ਮੈਨੂੰ ਲੱਗਦਾ ਹੈ ਕਿ ਅੱਜ ਦਾ ਇੱਕ ਵੱਡਾ ਇਸ਼ੂ ਪੰਜਾਬੀ ਦਾ ਹੈ। ਮੈਂ ਸਮਝਦਾ ਕਿ ਪੰਜਾਬੀ ਭਾਸ਼ਾ ਚੰਡੀਗੜ੍ਹ ਦੀ ਭਾਸ਼ਾ ਹੈ, ਕਿਉਂਕਿ ਅਗਰ ਪੁਰਾਣੇ ਇਤਿਹਾਸ ਨੂੰ ਦੇਖਾਂ ਤਾਂ ਚੰਡੀਗੜ੍ਹ ਪੰਜਾਬ ਦਾ ਹਿੱਸਾ। ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ, ਪਰ ਜੇ ਅੱਜ ਪੰਜਾਬੀ ਕੋਲੋਂ ਤੋੜ ਵਿਛੋੜਾ ਹੋ ਜਾਵੇ ਚੰਡੀਗੜ੍ਹ ਵਿੱਚ ਤਾਂ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਮੈਨੂੰ ਬਹੁਤ ਚੰਗਾ ਲੱਗਿਆ ਕਿ ਗ੍ਰਹਿ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਬਾਰੇ ਜ਼ਰੂਰ ਕੋਈ ਨਾ ਕੋਈ ਕੋਸ਼ਿਸ਼ ਕਰਨਗੇ। ਮੈਨੂੰ ਲੱਗਦਾ ਹੈ ਕਿ ਅੱਜ ਵਾਲੇ ਇਸ਼ੂ ਜਿਹੜੇ ਨੇ ਉਹਨਾਂ ਦੀ ਇੱਕ ਖਾਸ ਵੱਡੀ ਅਹਿਮੀਅਤ ਹੈ, ਖਾਸ ਤੌਰ ਤੇ ਕਸ਼ਮੀਰ ਦੇ ਸਿੱਖਾਂ ਦੀ ਗੱਲ ਔਰ ਪੰਜਾਬੀ ਦੀ ਗੱਲ। ਗਿਆਨ ਗੋਦੜੀ ਦਾ ਜਿਹੜਾ ਇਸ਼ੂ ਉਹ ਅੱਜ ਡਿਸਕਸ ਹੋਇਆ ਹੈ। ਨਾਮਧਾਰੀ ਬਾਬਾ ਰਾਮ ਸਿੰਘ ਹੋਰਾਂ ਦੇ ਹਵਾਲੇ ਨਾਲ ਜੋ ਚਰਚਾ ਹੋਈ ਹੈ, ਹੋਰ ਜਿਹੜੇ ਇਸ਼ੂ ਡਿਸਕਸ ਕੀਤੇ ਗਏ ਨੇ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸ਼ੁਰੂਆਤ ਹੋਈ ਹੈ ਔਰ ਇਹਦੇ ਚੰਗੇ ਸਿੱਟੇ ਨਿਕਲਣਗੇ, ਐਸਾ ਮੇਰਾ ਵਿਸ਼ਵਾਸ ਹੈ। ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਹਾਂ ਕਿ ਅਪ੍ਰੈਲ 2013 ਨੂੰ ਮਾਤਾ ਜੀ ਚੰਦ ਕੌਰ ਜੀ ਦਾ, ਸਾਡੇ ਪੂਜਨੀय ਸਤਿਗੁਰੂ ਜੀ ਦੀ ਧਰਮ ਪਤਨੀ ਦਾ ਮਰਡਰ ਹੋਇਆ ਸੀ, ਵੀ ਉਹਦੀ CBI ਨੂੰ ਇਨਕੁਆਇਰੀ ਗਈ ਹੋਈ ਆ। ਵੀ 4 ਸਾਲ ਹੋ ਗਏ ਹੈਗੇ ਆ, ਬਹੁਤ ਕੇਸ ਲੜਦਾ। ਸਾਡੇ 'ਚ ਨਾਮਧਾਰੀ ਸੰਗਤ ਬਹੁਤ ਜ਼ਿਆਦਾ ਰੋਸ ਹੈਗਾ ਇਸ ਗੱਲ ਦਾ ਵੀ ਹਲੇ ਤੱਕ ਉਹ ਜਿਹੜਾ ਜਿਨ ਮਰਡਰ ਕੀਤਾ ਉਹ ਗਲਤ ਆਨਸਰ ਹਲੇ ਤੱਕ ਨਹੀਂ ਲੱਭਿਆ। ਅਸੀਂ ਇਹ ਤੁਹਾਨੂੰ ਬਾਰ-ਬਾਰ ਰਿਕੁਐਸਟ ਕਰਦੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਉਸ ਇਨਕੁਆਇਰੀ ਨੂੰ ਕਹਿ ਕੇ ਕੰਪਲੀਟ ਕਰਾ ਕੇ ਜਿਹੜਾ ਅਸਲੀ ਕਾਤਲ ਹੈ ਉਹਨੂੰ ਸਾਰਿਆਂ ਸਾਹਮਣੇ ਲਿਆਂਦਾ ਜਾਵੇ, ਤਾਂ ਕਿ ਜਿੰਨਾ ਰੋਸ ਹੈ ਨਾਮਧਾਰੀ ਪੰਥ 'ਚ, ਇੱਕ ਉਹ ਪੰਥ ਹੈ ਜਿਹਨੇ ਬਹੁਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ। ਸਤਿਗੁਰੂ ਰਾਮ ਸਿੰਘ ਜੀ ਨੇ ਬਹੁਤ ਕੁਰਬਾਨੀਆਂ ਕੀਤੀਆਂ ਦੇਸ਼ ਦੀ ਆਜ਼ਾਦੀ ਲਈ, ਤੋਪਾਂ ਅੱਗੇ ਵੀ ਉੜੇ ਆ, ਸਤਿਗੁਰੂ ਨੂੰ ਬਾਹਰ ਵੀ ਐਗਜ਼ਾਈਲ ਕਰ ਦਿੱਤਾ। ਇਸ ਲਈ ਇਹ ਬਹੁਤ ਪੀਸਫੁਲ ਇੱਕ ਸੰਸਥਾ ਹੈਗੀ ਆ। ਇਹ ਬਹੁਤ ਇੱਕ ਘਿਨਾਉਣਾ ਹਰਕਤ ਕੀਤੀ ਜਿਹਨ ਕੀਤੀ ਆ। ਉਸ ਕਾਤਲ ਨੂੰ ਉਹ ਕੋਈ ਇਹਦੇ ਪਿੱਛੇ ਕਿਹਦਾ ਹੱਥ ਹੈ ਜੋ ਵੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਾਨੂੰ ਲੱਭਿਆ ਜਾਵੇ। ਗ੍ਰਹਿ ਮੰਤਰੀ ਜੀ ਨੇ ਬਹੁਤ ਵਿਸ਼ਵਾਸ ਦਿਵਾਇਆ ਕਿ ਮੈਂ ਬਹੁਤ ਜਲਦੀ ਕਹਿ ਕੇ ਮੈਂ ਗੱਲ ਕਰਾਵਾਂਗਾ। 4 ਸਾਲ ਹੋ ਗਏ ਪੰਜਾਬ ਸਰਕਾਰ ਵੀ ਲੱਗੀ ਹੋਈ ਸੀਗੀ, ਲੇਕਿਨ ਕਿਤੇ ਕੋਈ ਕਾਮਯਾਬੀ ਹਾਸਲ ਉਦੋਂ ਬਿਲਕੁਲ ਨਹੀਂ ਹੋਈ। ਇਸ ਲਈ CBI ਨੂੰ ਗਿਆ ਕਿ ਸਾਲ ਸਵਾ ਸਾਲ ਹੋ ਗਿਆ CBI ਨੂੰ ਕੇਸ ਗਿਆ ਹੈ। ਕੀ ਹੁਣ ਲੱਗਦਾ ਕਿਉਂਕਿ 4 ਸਾਲ ਹੋ ਗਏ, ਕਿਉਂਕਿ ਹੁਣ ਸਾਡੇ ਨਾਲ ਨਾ ਜੀ ਪੰਜਾਬ ਦੇ MPs ਵੀ ਗਏ ਨੇ, ਚੰਦੂ ਮਾਜਰਾ ਜੀ ਤੇ ਨਾਲ ਭੁੰਦੜ ਸਾਹਿਬ, ਹੋਰ ਵੀ GK ਸਿੰਘ ਜੀ, ਅਸੀਂ ਸਾਰਿਆਂ ਨੇ ਬਹੁਤ ਪ੍ਰੈਸ਼ਰ ਨਾਲ ਗੱਲ ਕੀਤੀ ਹੈ ਵੀ ਇਹ ਤਾਂ ਉਹ ਦੱਸਣਗੇ, ਸ਼ੱਕ ਦੀ ਵਾਲੀ ਗੱਲ ਨਹੀਂ। ਹੁਣ ਉਹਨਾਂ ਨੂੰ ਕਿਹਾ ਹੈਗਾ, ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਇਹ 'ਤੇ ਐਕਸਟ੍ਰੈਡਿਟ ਕਰਾਉਂਗਾ।